अस्सलाम वालेकुम व्यूअर्स, कैसे हैं आप? उम्मीद है सब खैरियत से होंगे। आज साड़ी वेली खाने का हाल देख लो। अरहम आ जाता है तो अरहम फिर जानवरों में घुसा रहता है, इसे कुछ और समझ में नहीं आता। लो भाई जानू जाने दो इनको। तो आज की बात ये है कि तुम बहुत सारे देखे होंगे अपने आले दुआले लव मैरिज करने वाले जोड़े या ਜਿਹੜੇ ਹੈ ਵਾ ਅਰੇਂਜ ਮੈਰਿਜ ਜਿਨ੍ਹਾਂ ਦੀ ਹੋਈ ਹੁੰਦੀ ਹੈ। ਤੁਸੀਂ ਐਸੇ ਜੋੜੇ ਵੇਖੇ ਹੋਣਗੇ। ਮੈਂ ਐਸੇ ਬੜੇ ਜੋੜੇ ਵੇਖੇ ਨੇ ਕਿ ਜਿਹੜੇ ਕਹਿੰਦੇ ਅਸੀਂ ਲਵ ਮੈਰਿਜ ਕੀਤੀ ਹੈ, ਪਰ ਉਹਨਾਂ ਦੇ ਮੂੰਹਾਂ 'ਚ ਜ਼ਬਾਨਾਂ ਹੈਗੀਆਂ ਨੇ। ਤੇ ਬੜੇ ਐਸੇ ਜੋੜੇ ਵੇਖੇ ਨੇ ਕਿ ਜਿਨ੍ਹਾਂ ਨੇ ਅਰੇਂਜ ਮੈਰਿਜ ਕੀਤੀ ਆ ਤੇ ਉਹਨਾਂ ਦੇ ਮੂੰਹ 'ਚ ਜ਼ਬਾਨ ਹੈ ਨਹੀਂ ਗੀ। ਜ਼ਬਾਨ ਮਤਲਬ ਅਖਲਾਕ ਹੈ ਕਿ ਜਿਨ੍ਹਾਂ ਨੇ ਲਵ ਮੈਰਿਜ ਕੀਤੀ ਉਹ ਵੀ ਬੇਇੰਤਹਾ ਬਦ ਅਖਲਾਕੀ ਨੇ, ਇੱਕ ਦੂਸਰੇ ਨਾਲ ਪੇਸ਼ ਹੁੰਦੇ। ਅਖਲਾਕ ਪਹਿਲੀ ਸ਼ਰਤ ਹੁੰਦੀ ਹੈ, ਸਮਝਣਾ ਦੂਜੀ ਸ਼ਰਤ ਹੁੰਦੀ ਹੈ। ਤੇ ਉਹ ਇੰਨੀ ਬਦ ਅਖਲਾਕੀ ਨਾਲ, ਇੰਨੀ ਬਦਤਮੀਜ਼ੀ ਨਾਲ ਇੱਕ ਦੂਸਰੇ ਨਾਲ ਬੋਲਦੇ ਆ ਕਿ ਜਿਹਦਾ ਕੋਈ ਹਾਲ ਹੀ ਨਹੀਂ ਗਾ। ਉਹਨਾਂ ਨੂੰ ਕਿਤੇ ਆਪਸ 'ਚ ਬੰਦਾ ਵੇਖ ਲੈ ਲੜਦਿਆਂ ਹੋਇਆ, ਬਦਤਮੀਜ਼ੀ ਕਰਦਿਆਂ ਹੋਇਆ, ਤੇ ਬੰਦਾ ਕਹਿੰਦਾ ਨਹੀਂ ਕਿ ਇਹਨਾਂ ਨੇ 4 ਦਿਨ ਇਕੱਠੇ ਕੱਢੇ ਹੋਣਗੇ ਇੱਕ ਦੂਸਰੇ ਨਾਲ ਚੰਗੇ। ਤੇ ਇਹ ਹਿਸਾਬ ਕਿਤਾਬ ਆ। ਤੇ ਕਈ ਐਸੇ ਅਰੇਂਜ ਮੈਰਿਜ ਵਾਲੇ ਨੇ ਕਿ ਜਿਹੜੇ ਇੱਕ ਦੂਸਰੇ ਨਾਲ ਬਦਤਮੀਜ਼ੀ ਨਹੀਂ ਕਰਦੇ, ਬਦ ਅਖਲਾਕੀ ਨਹੀਂ ਕਰਦੇ, ਤੇ ਲਿਹਾਜ਼ ਦੇ ਨਾਲ ਰਹਿੰਦੇ। ਉਹਨਾਂ ਨੂੰ ਵੇਖ ਕੇ ਲੱਗਦਾ ਕਿ ਇੱਕ ਦੂਜੇ ਨੂੰ ਸਮਝਦੇ ਹੋਣਗੇ। ਤੇ ਮੈਂ ਇਹ ਕਹਿੰਦੀ ਹਾਂ ਅੱਜ ਕੱਲ੍ਹ ਦੀ ਨੌਜਵਾਨ ਨਸਲ ਨੂੰ ਕਿ ਜਦੋਂ ਜੋ ਅਸੀਂ ਕਹਿੰਦੇ ਹਾਂ ਕਿ ਅਸੀਂ ਜੀ ਲਵ ਮੈਰਿਜ ਤੇ ਫਲਾਣਾ ਤੇ ਧਮਕਾਉਣਾ ਵੀ ਬਹੁਤ ਚੰਗੀ ਸ਼ੈ ਵਾ, ਤੁਸੀਂ ਜਦੋਂ ਮੁਹੱਬਤ ਜੋ ਕਰ ਲਈ ਕਿਸੇ ਦੇ ਨਾਲ, ਜਦੋਂ ਕਿਸੇ ਦੇ ਪਿੱਛੇ ਨੀਂਦ ਲਈ, ਫਿਰ ਉੱਥੇ ਇੱਕ ਦੂਸਰੇ ਨੂੰ ਤਾਨੇ ਦੇਣੇ, ਸੱਸਾਂ ਵਾਂਗੂ ਇੱਕ ਦੂਸਰੇ ਨੂੰ ਮਾੜੀਆਂ ਚੰਗੀਆਂ ਸੁਣਾਉਣੀਆਂ, ਬਦਤਮੀਜ਼ੀਆਂ ਕਰਨੀਆਂ, ਹੱਥ ਚੁੱਕਣੇ, ਨੀਚਾ ਵਿਖਾਉਣਾ, ਇਹ ਕਿੱਥੇ ਲਿਖਿਆ? ਉਹ ਤਾਂ ਫਿਰ ਵਕਤੀ ਤੌਰ 'ਤੇ ਤੁਹਾਨੂੰ ਇੱਕ ਦੂਸਰੇ ਨਾਲ ਅਟਰੈਕਸ਼ਨ ਸੀਗੀ। ਮੁਹੱਬਤ ਤੇ ਕੋਈ ਨਹੀਂ ਸੀ। ਮੁਹੱਬਤ ਜਿੱਥੇ ਹੋਵੇ ਉੱਥੇ ਤਾਂ ਜ਼ਬਾਨ ਬੰਦ ਹੋ ਜਾਂਦੀ ਹੈ। ਬੰਦਾ ਜਿਹਦੇ ਪਿੱਛੇ ਨੀਤ ਲਵੇ ਫਿਰ ਉਹਨੂੰ ਤਾਂ ਮਾੜਾ ਨਹੀਂ ਨਾ ਕਹਿ ਸਕਦਾ, ਉਹਨੂੰ ਤਾਂ ਫਿਰ ਉਹਦੀਆਂ ਖੂਬੀਆਂ ਖਾਮੀਆਂ ਸਮੇਤ ਹੀ ਕਬੂਲ ਕਰਨਾ ਪੈਂਦਾ ਨਾ। ਇਹ ਤਾਂ ਨਹੀਂ ਨਾ ਹੈ। ਹਾਂ, ਉਹ ਆਪ ਆਪਣੇ ਆਪ ਨੂੰ ਸੁਧਾਰੇ ਤੁਹਾਡੇ ਵਾਸਤੇ ਬਦਲੇ ਤੇ ਉਹ ਤਾਂ ਇੱਕ ਬੜੀ ਵੱਡੀ ਸ਼ੈ ਹੋ ਜਾਂਦੀ ਹੈ। ਲੇਕਿਨ ਮੀਆਂ ਬੀਵੀ ਆਪਸ ਇੱਕ ਦੂਸਰੇ ਦੀ ਇੱਜ਼ਤ ਉਤਾਰਦੇ ਰਹਿਣਾ, ਆਏ ਗਏ ਦੇ ਸਾਹਮਣੇ ਵੀ, ਬੱਚਿਆਂ ਦੇ ਸਾਹਮਣੇ ਵੀ, ਤੇ ਫਿਰ ਕਹਿੰਦੇ ਵੀ ਰਹਿਣ ਜੀ ਲਓ ਅਸੀਂ ਲਵ ਮੈਰਿਜ ਕੀਤੀ ਸੀਗੀ। ਫਿਰ ਸ਼ਰਮਿੰਦੇ ਵੀ ਹੁੰਦੇ ਰਹਿਣ, ਕੋਈ ਪੁੱਛੇ ਕਿ ਜੀ ਹਾਂਜੀ ਜੀ ਅਸੀਂ ਕੀਤੀ ਸੀ, ਸ਼ਰਮਿੰਦਿਆਂ ਜਿਹਾ ਹੋ ਕੇ ਫਿਰ ਸਿਰ ਚੁੱਕ ਕੇ ਤੁਸੀਂ ਕਹਿ ਵੀ ਨਹੀਂ ਸਕਦੇ ਕਿ ਭਈ ਅਸੀਂ ਆਪਣੀ ਮਰਜ਼ੀ ਨਾਲ ਕੀਤਾ ਸੀ। ਕਿਉਂ ਅਸੀਂ ਕਰਕੇ ਉਸ ਤੋਂ ਬਾਅਦ ਅਸੀਂ ਸਮਝਣ ਡੈ ਪੈਂਦੇ ਹਾਂ ਕਿ ਸਾਡਾ ਫੈਸਲਾ ਠੀਕ ਨਹੀਂ ਸੀ, ਤਾਂ ਕਰਕੇ ਅਸੀਂ ਕਹਿੰਦੇ ਹੀ ਨਹੀਂ ਗੇ। ਜਾਂ ਸਾਡੇ ਘਰ ਤੇ ਸਾਨੂੰ ਇਹ ਸਮਝਾ ਦਿੰਦੇ ਨੇਗੇ, ਜਾਂ ਉਹ ਮਹਿਸੂਸ ਕਰਾ ਦਿੰਦੇ ਕਿ ਤੇਰਾ ਫੈਸਲਾ ਉਦੋਂ ਠੀਕ ਨਹੀਂ ਸੀ, ਹੁਣ ਵੀ ਠੀਕ ਨਹੀਂ। ਅਸੀਂ ਜੋ ਤੋਂ ਸੋਚਿਆ ਸੀ ਉਹ ਠੀਕ ਸੀ, ਹੁਣ ਵੀ ਜੋ ਸੋਚਿਆ ਠੀਕ ਆ। ਤੇ ਫਿਰ ਤੁਸੀਂ ਵੀ ਕਿਤੇ ਨਾ ਕਿਤੇ ਮਰਦ ਜ਼ਾਤ ਕਿਤੇ ਨਾ ਕਿਤੇ ਮੰਨ ਹੀ ਲੈਂਦਾ, ਜਿੱਡਾ ਵੀ ਮਜ਼ਬੂਤ ਹੋਵੇ। ਬੰਦਾ ਕਹਿੰਦਾ ਨਾ ਕਿ ਔਰਤ ਜੀ ਹੈ ਹੀ ਕਮਜ਼ੋਰ ਆ, ਤੇ ਬੰਦਾ ਵੀ ਜਿੱਡਾ ਵੀ ਪੱਕਾ ਹੋਏ ਨਾ ਘਰਦਿਆਂ ਦੀ ਮੰਨ ਕੇ, ਅਖੀਰ ਚੁੱਪ ਹੋ ਹੀ ਜਾਂਦਾ ਉਸ ਗੱਲ ਤੇ ਕਿ ਆਹੋ ਮੇਰਾ ਫੈਸਲਾ ਤਾਂ ਗਲਤ ਸੀਗਾ। ਵੀ ਬੰਦਾ ਅੰਨੀ ਤੈਨੂੰ ਪੁੱਛੇ ਕਿ ਵੀ ਉਦੋਂ ਤੇਰਾ ਫੈਸਲਾ ਠੀਕ ਸੀ ਤੇ ਹੁਣ ਕਿੱਦਾਂ ਗਲਤ ਹੋ ਗਿਆ ਹੈ। ਕਿਤੇ ਆਪਣੀਆਂ ਵੀ ਕਮੀਆਂ ਕਤਾਈਆਂ, ਅਗਲੇ ਦੀਆਂ ਕਮੀਆਂ ਕਤਾਈਆਂ ਉਦੋਂ ਵੇਖੀਆਂ ਨਹੀਂ ਸੀ। ਉਦੋਂ ਬਸ ਸਿੱਧੀ ਗੱਲ ਕੀਤੀ ਸੀ ਵੀ ਮੈਂ ਤੈਨੂੰ ਪਸੰਦ ਕਰਨਾ ਤਾਂ ਤੂੰ ਮੈਨੂੰ, ਤੇ ਚੱਲ ਵਿਆਹ ਕਰਾ ਲਈਏ। ਵਿਆਹ ਕੋਈ ਛੋਟੀ ਜਿਹੀ ਸ਼ੈ ਹੁੰਦੀ ਆ। ਤੇ ਜਿਹਦੇ ਨਾਲ ਮੁਹੱਬਤ ਕਰਦੇ ਜੇ ਉਹਦੇ ਪਿੱਛੇ ਨੀਤੋ। ਹਾਂ, ਜਿੱਥੇ ਗਲਤ ਗੱਲ ਹੋਵੇ ਜ਼ਰੂਰ ਸਾਈਡ 'ਤੇ ਲਿਜਾ ਕੇ ਸਮਝਾਓ, ਬਿਠਾ ਕੇ ਕਿ ਇਹ ਮੇਰੀ ਬਾਊਂਡਰੀਜ਼ ਨੇ, ਆ ਤੇਰੀਆਂ ਨੂੰ ਨਾ ਮੈਂ ਟੱਚ ਕਰੂੰ ਤਾਂ ਨਾ ਤੂੰ ਮੇਰੀਆਂ ਟੱਚ ਕਰੀ। ਬਾਕੀ ਆਪਣਾ ਖਿਆਲ ਰੱਖੋ ਤੇ ਅੱਲਾ ਹਾਫਿਜ਼। ਮੇਰੀ ਕੋਈ ਲਵ ਮੈਰਿਜ ਨਹੀਂ ਸੀ ਕਿ ਮੈਂ